ਨਮਸਤੇ ਬੱਚਿਓ, ਸਵਾਗਤ ਹੈ ਤੁਹਾਡਾ ਜਮਾਤ 9ਵੀਂ ਦੇ ਵਿੱਚ। ਮੈਂ ਸੁਨੀਤਾ ਰਾਣੀ ਅੱਜ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਤੁਹਾਡੀ ਪਾਠ ਪੁਸਤਕ ਸਾਹਿਤ ਮਾਲਾ ਦੇ ਵਿੱਚੋਂ ਸੁਰਜੀਤ ਪਾਤਰ ਜੀ ਦੀ ਕਵਿਤਾ ਆਇਆ ਨੰਦ ਕਿਸ਼ੋਰ ਅਤੇ ਕੱਚ ਦਾ ਗਲਾਸ। ਲੇਕਿਨ ਉਸ ਤੋਂ ਪਹਿਲਾਂ ਆਪਾਂ ਕਰ ਲੈਂਦੇ ਹਾਂ ਸੁਰਜੀਤ ਪਾਤਰ ਜੀ ਬਾਰੇ ਨਿੱਕੀ ਜਿਹੀ ਜਾਣ ਪਹਿਚਾਣ। ਸੁਰਜੀਤ ਪਾਤਰ ਦਾ ਜਨਮ ਪਿੰਡ ਪੱਤੜ ਕਲਾਂ, ਜ਼ਿਲ੍ਹਾ ਜਲੰਧਰ ਵਿਖੇ 13 ਜਨਵਰੀ 1945 ਈਸਵੀ ਨੂੰ ਪਿਤਾ ਸਰਦਾਰ ਹਰਭਜਨ ਸਿੰਘ ਅਤੇ ਮਾਤਾ ਸਰਦਾਰਨੀ ਗੁਰਬਖਸ਼ ਕੌਰ ਦੇ ਘਰ ਹੋਇਆ। ਆਪ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪਾਸ ਕਰਕੇ MA ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਆਪ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭਾਸ਼ਾ ਅਤੇ ਸੰਚਾਰ ਵਿਭਾਗ ਵਿੱਚ ਬਤੌਰ ਪ੍ਰੋਫੈਸ਼ਨਲ ਕਾਰਜਸ਼ੀਲ ਰਹੇ। ਪੰਜਾਬੀ ਸਾਹਿਤ ਜਗਤ ਵਿੱਚ ਆਪ ਦੀ ਪ੍ਰਸਿੱਧੀ ਇੱਕ ਸਫਲ ਗਜ਼ਲਕਾਰ, ਗੀਤਕਾਰ ਅਤੇ ਕਵੀ ਵਜੋਂ ਹੋਈ। ਆਪ ਦੇ ਪਹਿਲੀ ਗਜ਼ਲ ਸੰਗ੍ਰਹਿ ਹਵਾ ਵਿੱਚ ਲਿਖੇ ਹਰਫ ਦੀ ਗਜ਼ਲ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਬਹੁਤ ਪ੍ਰਸਿੱਧ ਹੋਈ। ਇਸ ਤੋਂ ਬਾਅਦ ਹਨੇਰੇ ਵਿੱਚ ਸੁਲਗਦੀ ਵਰਨਮਾਲਾ, ਬਿਰਖ ਅਰਜ਼ ਕਰੇ, ਲਫ਼ਜ਼ਾਂ ਦੀ ਦਰਗਾਹ, ਸਦੀ ਦੀਆਂ ਤਰਕਾਲਾਂ, ਸੁਰ ਜ਼ਮੀਨ ਆਪ ਦੀਆਂ ਪ੍ਰਸਿੱਧ ਕਾਵਿ ਪੁਸਤਕਾਂ ਹਨ। ਸੂਰਜ ਮੰਦਰ ਦੀਆਂ ਪੌੜੀਆਂ ਆਪ ਦੀ ਵਾਰਤਕ ਪੁਸਤਕ ਹੈ। ਆਪ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਨਮਾਨ ਅਤੇ ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਅਤੇ 2012 ਵਿੱਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਤਾਂ ਬੱਚਿਓ ਚਲੋ ਕਰਦੇ ਹਾਂ ਹੁਣ ਇਹਨਾਂ ਦੀ ਲਿਖੀ ਹੋਈ ਕਵਿਤਾ ਆਇਆ ਨੰਦ ਕਿਸ਼ੋਰ। ਇਹ ਜਿਹੜੀ ਕਵਿਤਾ ਹੈ ਇਸ ਵਿੱਚ ਕਵੀ ਨੇ ਬਿਹਾਰ ਤੋਂ ਰੋਜੀ ਦੀ ਖਾਤਰ ਪੰਜਾਬ ਆਏ ਨੰਦ ਕਿਸ਼ੋਰ ਦੀ ਧੀ ਦੁਆਰਾ ਗੁਰਮੁਖੀ ਸਿੱਖਣ ਤੇ ਪੰਜਾਬ ਦੇ ਖੁਸ਼ਹਾਲ ਪਰਿਵਾਰ ਦੇ ਪੁੱਤਰ ਦੇ ਅੰਗਰੇਜ਼ੀ ਸਿੱਖਣ ਦੀ ਕਥਾ ਨੂੰ ਪਿਛੋਕੜ ਵਿੱਚ ਰੱਖਦਿਆਂ ਇਹ ਦੱਸਿਆ ਹੈ ਕਿ ਪੜ੍ਹਾਈ ਲਿਖਾਈ ਦੇ ਮਾਧਿਅਮ ਅਤੇ ਅੱਗੇ ਵਧਣ ਦੀ ਇੱਛਾ ਵਿਚਕਾਰ ਕਿੰਨਾ ਗੂੜਾ ਸੰਬੰਧ ਹੈ। ਤਾਂ ਆਓ ਹੁਣ ਬੱਚਿਓ ਕਰਦੇ ਹਾਂ ਆਪਾਂ ਇਹਨਾਂ ਦੀ ਲਿਖੀ ਹੋਈ ਕਵਿਤਾ ਆਇਆ ਨੰਦ ਕਿਸ਼ੋਰ। ਪਿੱਛੇ ਪਿੱਛੇ ਰਿਜ਼ਕ ਕੇ ਆਇਆ ਨੰਦ ਕਿਸ਼ੋਰ, ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲ ਦਾ ਨਾਲ ਬਥੇਰੇ ਹੋਰ। ਕਵੀ ਦੱਸਦਾ ਹੈ ਕਿ ਰਿਜ਼ਕ ਦੇ ਪਿੱਛੇ ਪਿੱਛੇ, ਰਿਜ਼ਕ ਦਾ ਮਤਲਬ ਹੁੰਦਾ ਹੈ ਰੋਜੀ ਰੋਟੀ, ਠੀਕ ਹੈ ਜੀ। ਤੇ ਸਿਆਲ ਦਾ ਇੱਕ ਗੱਡੀ ਦਾ ਨਾਂ ਹੈ। ਸੁਗੜ ਦਾ ਮਤਲਬ ਹੁੰਦਾ ਹੈ ਸਿਆਣੀ ਅਤੇ ਲੁਗਾਈ ਦਾ ਮਤਲਬ ਹੁੰਦਾ ਹੈ ਔਰਤ ਜਾਂ ਪਤਨੀ, ਠੀਕ ਹੈ। ਕਵੀ ਦੱਸਦਾ ਹੈ ਕਿ ਰਿਜ਼ਕ ਦੇ ਪਿੱਛੇ ਪਿੱਛੇ ਚੱਲਦਾ ਨੰਦ ਕਿਸ਼ੋਰ ਦੂਰ ਦੇ ਇਲਾਕੇ ਬਿਹਾਰ ਤੋਂ, ਠੀਕ ਹੈ, ਦੂਰ ਦੇ ਇਲਾਕੇ ਬਿਹਾਰ ਤੋਂ ਸਿਆਲ ਦਾ ਗੱਡੀ ਵਿੱਚ ਬਹਿ ਕੇ ਪੰਜਾਬ ਵਿੱਚ ਆ ਗਿਆ। ਇਸ ਗੱਡੀ ਵਿੱਚ ਉਸਦੇ ਨਾਲ ਉਸ ਵਰਗੇ ਹੋਰ ਕਈ ਜਣੇ ਵੀ ਆ ਗਏ। ਗੱਡੀ ਬੈਠ ਸਿਆਲ ਦਾ ਨਾਲ ਬਥੇਰੇ ਹੋਰ ਮਤਲਬ ਹੋਰ ਬਹੁਤ ਸਾਰੇ ਉਹਦੇ ਨਾਲ ਸੀ। ਰਾਮਕਲੀ ਵੀ ਨਾਲ ਸੀ। ਹੁਣ ਉਸਦੇ ਨਾਲ ਕੌਣ ਸੀ? ਰਾਮਕਲੀ। ਤੇ ਰਾਮਕਲੀ ਕੌਣ ਸੀ? ਸੁਗੜ ਲਗਾਈ ਉਸ ਦੀ ਪਤਨੀ ਸੀ ਜੋ ਕਿ ਬਹੁਤ ਹੀ ਸਿਆਣੀ ਸੀ। ਲੁਧਿਆਣੇ ਦੇ ਕੋਲ ਹੀ ਇੱਕ ਪਿੰਡ ਬਾੜੇਵਾਲ ਵਿੱਚ ਜੜ ਲੱਗੀ ਤੇ ਪੁੰਗਰੀ, ਰਾਮਕਲੀ ਦੀ ਕੁੱਖ ਚੋਂ ਜਨਮੀ ਬੇਟੀ ਉਸਦੀ ਧੀ ਨਾਂ ਧਰਿਆ ਸੀ ਮਾਦਰੀ। ਕਵੀ ਕਹਿੰਦਾ ਹੈ ਕਿ ਰਿਜ਼ਕ ਦੇ ਪਿੱਛੇ ਪਿੱਛੇ ਪਤਨੀ ਰਾਮਕਲੀ ਸਮੇਤ ਬਿਹਾਰ ਤੋਂ ਪੰਜਾਬ ਆਏ ਨੰਦ ਕਿਸ਼ੋਰ ਨੇ ਲੁਧਿਆਣੇ ਦੇ ਕੋਲ ਇੱਕ ਪਿੰਡ ਬਾੜੇਵਾਲ ਵਿੱਚ ਡੇਰਾ ਲਾ ਲਿਆ, ਜਿੱਥੇ ਉਸਦੇ ਖਾਨਦਾਨ ਦੀ ਜੜ ਲੱਗ ਕੇ ਪੁੰਗਰ ਗਈ, ਠੀਕ ਹੈ। ਖਾਨਦਾਨ ਦੀ ਜੜ ਲੱਗ ਕੇ ਪੁੰਗਰ ਗਈ ਮਤਲਬ ਫਲਸਰੂਪ ਰਾਮਕਲੀ ਦੀ ਕੁੱਖ ਤੋਂ ਇੱਕ ਬੇਟੀ ਜੰਮੀ ਜਿਸ ਦਾ ਨਾਂ ਮਾਦਰੀ ਰੱਖਿਆ ਗਿਆ। ਕੱਲ ਮੈਂ ਦੇਖੀ ਮਾਦਰੀ ਉਸੇ ਪਿੰਡ ਸਕੂਲ ਵਿੱਚ ਗੁੱਤਾ ਬੰਨ ਕੇ ਰਿਬਨ ਵਿੱਚ ਸੋਹਣੀ ਪੱਟੀ ਪੋਚ ਕੇ ਊੜਾ ਐੜਾ ਲਿਖ ਰਹੀ ਬੇਟੀ ਨੰਦ ਕਿਸ਼ੋਰ ਦੀ। ਕਵੀ ਦੱਸਦਾ ਹੈ ਕਿ ਕੱਲ ਉਸਨੇ ਦੇਖਿਆ ਕਿ ਰਿਜ਼ਕ ਦੀ ਖਾਤਰ ਬਿਹਾਰ ਤੋਂ ਆਏ ਨੰਦ ਕਿਸ਼ੋਰ ਦੀ ਧੀ ਮਾਦਰੀ ਉਸੇ ਪਿੰਡ ਵਿੱਚ ਰਿਬਨ ਵਿੱਚ ਗੁੱਤਾ ਬੰਨ ਕੇ ਸੋਹਣੀ ਫੱਟੀ ਪੋਚ ਕੇ ਊੜਾ ਐੜਾ ਲਿਖ ਰਹੀ ਸੀ। ਉਸਨੂੰ ਅਨੁਭਵ ਹੋਇਆ ਕਿ ਰਿਜ਼ਕ ਅਤੇ ਅੱਖਰਾਂ ਦਾ ਆਪਸ ਵਿੱਚ ਕਿੰਨਾ ਗੂੜਾ ਜਿਹੜਾ ਸੀ ਉਹ ਸੰਬੰਧ ਸੀ, ਕਿੰਨਾ ਗੂੜਾ ਸਾਖ ਹੈ ਅੱਖਰਾਂ ਤੇ ਰਿਜ਼ਕ ਦਾ। ਉਸ ਨੂੰ ਇਸ ਗੱਲ ਦਾ ਅਨੁਭਵ ਹੋਇਆ ਸੀ ਕਿ ਰਿਜ਼ਕ ਅਤੇ ਅੱਖਰਾਂ ਦਾ ਆਪਸ ਵਿੱਚ ਕਿੰਨਾ ਗੂੜਾ ਸੰਬੰਧ ਹੈ।
ਬੰਦਾ ਪੜ੍ਹਾਈ ਲਿਖਾਈ ਲਈ ਉਸੇ ਮਾਧਿਅਮ ਨੂੰ ਅਪਣਾਉਂਦਾ ਹੈ ਜਿਸ ਵਿੱਚ ਉਸ ਨੂੰ ਭਵਿੱਖ ਵਿੱਚ ਰਿਜ਼ਕ ਪ੍ਰਾਪਤ ਕਰਨ ਦੀ ਇੱਛਾ ਪੂਰੀ ਹੁੰਦੀ ਹੈ। ਰਿਜ਼ਕ ਮੀਨਸ ਬੱਚਿਓ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ, ਰਿਜ਼ਕ ਦਾ ਮਤਲਬ ਹੁੰਦਾ ਹੈ ਰੋਜੀ ਰੋਟੀ, ਯਾਨੀ ਕਿ ਤੁਹਾਨੂੰ ਜਿੱਥੋਂ ਆਪਣਾ ਰੋਜ਼ਗਾਰ ਪ੍ਰਾਪਤ ਹੋ ਸਕੇ, ਤੁਸੀਂ ਉਸੇ ਜਿਹੜੀ ਲੈਂਗੁਏਜ ਹੈ ਉਸ ਦੇ ਵਿੱਚ ਆਪਣੀ ਜਿਹੜੀ ਐਜੂਕੇਸ਼ਨ ਹੈ ਉਸ ਨੂੰ ਕਰਨਾ ਚਾਹੋਗੇ। ਐਸੇ ਪਿੰਡ ਦੇ ਲਾਡਲੇ ਪੋਤੇ ਅਛਰ ਸਿੰਘ ਦੇ, ਫਿਰ ਕਵੀ ਦੱਸਦਾ ਕਿ ਇੱਕ ਪਾਸੇ ਉਸਨੇ ਦੇਖਿਆ ਕਿ ਪੰਜਾਬ ਦੇ ਪਿੰਡ ਬਾੜੇਵਾਲ ਵਿੱਚ ਬਿਹਾਰ ਤੋਂ ਰਿਜ਼ਕ ਦੀ ਖਾਤਰ ਆ ਕੇ ਵਸੇ ਨੰਦ ਕਿਸ਼ੋਰ ਦੀ ਧੀ ਪਿੰਡ ਦੇ ਸਕੂਲ ਵਿੱਚ ਗੁਰਮੁਖੀ ਸਿੱਖ ਰਹੀ ਸੀ, ਪਰੰਤੂ ਦੂਜੀ ਪਾਸੇ ਉਸੇ ਪਿੰਡ ਦੇ ਅਛਰ ਸਿੰਘ ਦੇ ਲਾਡਲੇ ਪੋਤੇ ਕੀ ਕਰ ਰਹੇ ਸੀ, ਆਪਣੇ ਪਿਓ ਦੀ ਕਾਰ ਵਿੱਚ ਬਹਿ ਲੁਧਿਆਣੇ ਆਉਂਦੇ ਤਾਂ ਉਹ ਆਪਣੇ ਪਿਓ ਦੀ ਕਾਰ ਵਿੱਚ ਬੈਠ ਕੇ ਰੋਜ਼ ਲੁਧਿਆਣੇ ਵਿਖੇ ਆਉਂਦੇ ਸੀ। ਕਿਉਂ ਆਉਂਦੇ ਸੀ? ਕੌਨਵੈਂਟ ਵਿੱਚ ਪੜ੍ਹ ਰਹੇ ABCD ਸਿੱਖਦੇ, ਅਤੇ ਉਹ ਕੌਨਵੈਂਟ ਸਕੂਲ ਦੇ ਵਿੱਚ ਪੜ੍ਹਦੇ ਸੀ ਅਤੇ ਉੱਥੇ ਆ ਕੇ ਉਹ ABCD ਜਿਹੜੀ ਸੀਗੀ ਉਹ ਸਿੱਖ ਰਹੇ ਸੀ, ਜੋ ਕਿ ਅੰਗਰੇਜ਼ੀ ਦੇ ਵਿੱਚ ਹੁੰਦੀ ਹੈ। ਕਿੰਨਾ ਗੂੜਾ ਸਾਖ ਹੈ ਅੱਖਰ ਅਤੇ ਆਕਾਂਖਿਆ, ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ। ਤਾਂ ਜਿਹੜਾ ਕਵੀ ਹੈ ਉਹ ਅਨੁਭਵ ਕਰਦਾ ਹੈ ਕਿ ਅੱਕਰ ਅਤੇ ਅਭਿਲਾਸ਼ਾ ਵਿੱਚ ਕਿੰਨਾ ਗੂੜਾ ਸੰਬੰਧ ਹੈ। ਠੀਕ ਹੈ, ਆਕਾਂਖਿਆ ਮਤਲਬ ਆਕਾਂक्षा, ਤੁਹਾਡੀ ਇੱਛਾ। ਠੀਕ ਹੈ, ਤਾਂ ਕਵੀ ਕਹਿੰਦਾ ਹੈ ਕਿ ਤੁਹਾਡੀ ਜਿਹੜੀ ਅੱਖਰ ਹੈ ਅਤੇ ਅਭਿਲਾਸ਼ਾ ਹੈ, ਇੱਛਾ ਹੈ, ਉਸ ਵਿੱਚ ਬਹੁਤ ਗੂੜਾ ਸੰਬੰਧ ਹੁੰਦਾ ਹੈ। ਅਰਥਾਤ ਮਨੁੱਖ ਆਪਣੀ ਚੰਗੀ ਰੋਜੀ ਪ੍ਰਾਪਤ ਕਰਨ ਦੀ ਇੱਛਾ ਪੂਰੀ ਕਰਨ ਦੇ ਲਈ ਪੜ੍ਹਾਈ ਲਿਖਾਈ ਲਈ ਜਦੋਂ ਉਸੇ ਮਾਧਿਅਮ ਨੂੰ ਚੁਣਦਾ ਹੈ ਜੋ ਉਸ ਦੇ ਕੰਮ ਆਵੇ। ਇਸ ਤਰ੍ਹਾਂ ਪੜ੍ਹਾਈ ਲਿਖਾਈ ਦੇ ਮਾਧਿਅਮ ਅਤੇ ਅਭਿਲਾਸ਼ਾ ਦਾ ਆਪਸ ਦੇ ਵਿੱਚ ਗੂੜਾ ਸੰਬੰਧ ਹੈ। ਤਾਂ ਬੱਚੋ ਇਹ ਕਵਿਤਾ ਜਿਹੜੀ ਸੀ ਇਹ ਬਹੁਤ ਸੋਹਣੀ ਸੀ, ਜਿਹਦਾ ਨਾਮ ਸੀ ਆਇਆ ਨੰਦ ਕਿਸ਼ੋਰ। ਇਸ ਦੇ ਵਿੱਚ ਬਿਹਾਰ ਤੋਂ ਆਈ ਹੋਈ ਬੱਚੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆ ਕੇ, ਜਿਹੜਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਆ ਕੇ ਕਿਵੇਂ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਅਤੇ ਪੰਜਾਬ ਦੇ ਵਿੱਚ ਬੱਚਾ ਜਿਹੜਾ ਰਹਿ ਰਿਹਾ ਉਹ ਕਿਵੇਂ ਇੰਗਲਿਸ਼ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਦੋਨਾਂ ਦੀਆਂ ਆਪਣੀਆਂ ਆਪਣੀਆਂ ਰਿਜ਼ਕ ਕਮਾਉਣ ਦੇ ਅਨੁਸਾਰ ਜੋ ਇੱਛਾਵਾਂ ਸੀਗੀਆਂ, ਠੀਕ ਹੈ, ਉਹਦੇ ਅਕੋਰਡਿੰਗ ਹੀ ਉਹ ਆਪਣੀ ਜਿਹੜੀ ਐਜੂਕੇਸ਼ਨ ਹੈ ਉਹ ਲੈ ਰਹੀ ਸੀ। ਤਾਂ ਇਸ ਦਾ ਜਿਹੜਾ ਕੇਂਦਰੀ ਭਾਵ ਕੀ ਹੋਏਗਾ ਕਿ ਅੱਖਰਾਂ ਅਤੇ ਆਕਾਂਖਿਆ ਦਾ ਗੂੜਾ ਸੰਬੰਧ ਹੈ। ਮਨੁੱਖ ਪੜ੍ਹਾਈ ਲਿਖਾਈ ਲਈ ਉਸੇ ਮਾਧਿਅਮ ਨੂੰ ਹੀ ਅਪਣਾਉਂਦਾ ਹੈ ਜਿਸ ਤੋਂ ਉਸ ਦੀ ਚੰਗੀ ਰੋਜੀ ਪ੍ਰਾਪਤ ਕਰਨ ਦੀ ਇੱਛਾ ਪੂਰੀ ਹੋ ਸਕੇ। ਤਾਂ ਇਸ ਕਵਿਤਾ ਦੀ ਦੁਹਰਾਈ ਲਈ ਆਪਾਂ ਕਰ ਲੈਂਦੇ ਹਾਂ ਇਸ ਵਿੱਚ ਆਏ ਹੋਏ ਪ੍ਰਸ਼ਨ। ਆਇਆ ਨੰਦ ਕਿਸ਼ੋਰ ਕਵਿਤਾ ਦਾ ਲੇਖਕ ਕੌਣ ਹੈ? ਸੁਰਜੀਤ ਪਾਤਰ। ਨੰਦ ਕਿਸ਼ੋਰ ਕਿੱਥੋਂ ਕਿੱਥੋਂ ਆਇਆ ਸੀ? ਨੰਦ ਕਿਸ਼ੋਰ ਬਿਹਾਰ ਤੋਂ ਪੰਜਾਬ ਆਇਆ ਸੀ। ਨੰਦ ਕਿਸ਼ੋਰ ਕਿਹੜੀ ਗੱਡੀ ਵਿੱਚ ਬੈਠ ਕੇ ਆਇਆ ਸੀ? ਨੰਦ ਕਿਸ਼ੋਰ ਸਿਆਲਦਾ ਗੱਡੀ ਦੇ ਵਿੱਚ ਬੈਠ ਕੇ ਆਇਆ ਸੀ। ਨੰਦ ਕਿਸ਼ੋਰ ਦੇ ਨਾਲ ਹੋਰ ਕੌਣ ਆਇਆ ਸੀ? ਨੰਦ ਕਿਸ਼ੋਰ ਦੇ ਨਾਲ ਉਸਦੀ ਪਤਨੀ ਰਾਮਕਲੀ ਆਈ ਸੀ। ਨੰਦ ਕਿਸ਼ੋਰ ਨੇ ਲੁਧਿਆਣੇ ਨੇੜੇ ਕਿਹੜੇ ਪਿੰਡ ਵਿੱਚ ਡੇਰਾ ਲਾਇਆ ਹੋਇਆ ਸੀ? ਨੰਦ ਕਿਸ਼ੋਰ ਨੇ ਲੁਧਿਆਣੇ ਨੇੜੇ ਬਾੜੇਵਾਲ ਪਿੰਡ ਵਿੱਚ ਡੇਰਾ ਲਾਇਆ ਹੋਇਆ ਸੀ। ਨੰਦ ਕਿਸ਼ੋਰ ਨੇ ਆਪਣੀ ਧੀ ਦਾ ਨਾਂ ਕੀ ਰੱਖਿਆ? ਨੰਦ ਕਿਸ਼ੋਰ ਨੇ ਆਪਣੀ ਧੀ ਦਾ ਨਾਂ ਮਾਧੁਰੀ ਰੱਖਿਆ। ਠੀਕ ਹੈ, ਕੀ ਨਾਮ ਰੱਖਿਆ ਸੀ ਉਸਨੇ ਆਪਣੀ ਬੱਚੀ ਦਾ? ਮਾਧੁਰੀ। ਮਾਧੁਰੀ ਪਿੰਡ ਦੇ ਸਕੂਲ ਵਿੱਚ ਫੱਟੀ ਪੋਚ ਕੇ ਕੀ ਲਿਖ ਰਹੀ ਸੀ? ਮਾਧੁਰੀ ਜਿਹੜੀ ਸੀ ਉਹ ਪਿੰਡ ਦੇ ਸਕੂਲ ਦੇ ਵਿੱਚ ਫੱਟੀ ਪੋਚ ਕੇ ਊੜਾ ਐੜਾ ਲਿਖ ਰਹੀ ਸੀ। ਠੀਕ ਹੈ, ਅਛਰ ਸਿੰਘ ਦੇ ਪੋਤਰੇ ਕਿੱਥੇ ਪੜ੍ਹਨ ਆਉਂਦੇ ਸਨ? ਅਛਰ ਸਿੰਘ ਦੇ ਪੋਤੇ ਜਿਹੜੇ ਸੀਗੇ ਉਹ ਲੁਧਿਆਣੇ ਦੇ ਕੌਨਵੈਂਟ ਸਕੂਲ ਦੇ ਵਿੱਚ ਪੜ੍ਹਨ ਆਉਂਦੇ ਸਨ। ਅਛਰ ਸਿੰਘ ਦੇ ਪੋਤਰੇ ਕੀ ਸਿੱਖ ਰਹੇ ਸਨ? ਅਛਰ ਸਿੰਘ ਦੇ ਪੋਤਰੇ ABC ਸਿੱਖ ਰਹੇ ਸਨ। ਨੰਦ ਕਿਸ਼ੋਰ ਦੀ ਧੀ ਨੂੰ ਊੜਾ ਐੜਾ ਸਿੱਖਦੀ ਤੇ ਅਛਰ ਸਿੰਘ ਦੇ ਪੋਤਰਿਆਂ ਨੂੰ ਕੌਨਵੈਂਟ ਸਕੂਲ ਦੇ ਵਿੱਚ ABC ਪੜ੍ਹਦੇ ਦੇਖ ਕੇ ਕਿੰਨਾਂ ਚੀਜ਼ਾਂ ਵਿੱਚ ਗੂੜਾ ਸਾਖ ਪ੍ਰਤੀਤ ਹੋਇਆ? ਅੱਖਰ ਅਤੇ ਰਿਜ਼ਕ ਦਾ। ਰਿਜ਼ਕ ਮੀਨਸ ਜੋ ਉਹਦੀ ਆਕਾਂਖਿਆ ਸੀ ਉਸ ਦਾ। ਤਾਂ ਇਹ ਸੀ ਬੱਚਿਓ ਇਸ ਕਵਿਤਾ ਦੇ ਵਿੱਚ ਆਏ ਛੋਟੇ ਪ੍ਰਸ਼ਨ ਜਿਨ੍ਹਾਂ ਨੂੰ ਅਸੀਂ ਦੁਹਰਾਈ ਕੀਤੀ। ਹੁਣ ਆਪਾਂ ਕਰਦੇ ਹਾਂ ਇਹਨਾਂ ਦੀ ਲਿਖੀ ਹੋਈ ਕਵਿਤਾ ਕੱਚ ਦਾ ਗਿਲਾਸ। ਇਸ ਕਵਿਤਾ ਵਿੱਚ ਕਵੀ ਨੇ ਉਸ ਮੁਟਿਆਰ ਧੀ ਦੇ ਕਰੁਣਾਮਈ ਭਾਵ ਅੰਕਿਤ ਕੀਤੇ ਹਨ ਜਿਸ ਦੇ ਮਾਧਿਅਮ ਵੱਲੋਂ
ਉਸ ਦੀ ਮਨਪਸੰਦ ਦੇ ਮੁੰਡੇ ਨਾਲ ਵਿਆਹ ਕਰਨ ਦੀ ਇੱਛਾ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਜਾਂਦਾ। ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅਮੜੀ ਨੇ ਦਿੱਤੀਆਂ ਲੱਖ ਝਿੜਕਾਂ ਤੇ ਮੇਰੇ ਨੈਣਾਂ ਵਿੱਚੋਂ ਛਮ-ਛਮ ਨੀਰ ਫੁੱਟਿਆ ਮੇਰੇ ਨੈਣਾਂ ਵਿੱਚੋਂ। ਇਸ ਵਿੱਚ ਜਿਹੜੀ ਇੱਕ ਮੁਟਿਆਰ ਧੀ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟ ਗਿਆ ਤਾਂ ਮੇਰੀ ਮਾਂ ਨੇ ਮੈਨੂੰ ਬਹੁਤ ਸਾਰੀਆਂ ਝਿੜਕਾਂ ਦਿੱਤੀਆਂ, ਜਿਸ ਕਾਰਨ ਮੇਰੀਆਂ ਅੱਖਾਂ ਵਿੱਚ ਛਮ-ਛਮ ਕਰਦੇ ਅਥਰੂ ਵਗਣ ਲੱਗ ਪਏ ਅਤੇ ਮੈਂ ਬਹੁਤ ਹੀ ਰੋਈ। ਮੇਰੀ ਅੰਮੀ ਨੇ ਮੈਨੂੰ ਇੱਕ ਗੱਲ ਦੱਸ ਦੇ, ਲੋਕੀ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਸਦੇ। ਫਿਰ ਜਿਹੜੀ ਮੁਟਿਆਰ ਧੀ ਕਹਿ ਰਹੀ ਹੈ ਕਿ ਹੇ ਮਾਂ, ਤੂੰ ਮੈਨੂੰ ਇੱਕ ਗੱਲ ਦੱਸ ਕਿ ਲੋਕੀ ਕਿਸੇ ਦਾ ਦਿਲ ਤੋੜ ਕੇ ਕਿੱਦਾਂ ਹੱਸਦੇ ਹਨ। ਇਹੋ ਜਿਹੇ ਗਲਾਸ ਨਿਮਾਏ ਵਿਕਦੇ ਲੱਖ ਬਜ਼ਾਰੇ, ਦਿਲ ਨਾ ਮਿਲਦੇ ਬਲਕ ਬੁਖਾਰੇ ਲੱਖੇ ਅਤੇ ਹਜ਼ਾਰੇ। ਜਦ ਕਿ ਉਹ ਕੱਚ ਦਾ ਗਲਾਸ ਟੁੱਟਣ ਨੂੰ ਬਰਦਾਸ਼ਤ ਨਹੀਂ ਕਰਦੀ। ਜਿਹੋ ਜਿਹਾ ਗਲਾਸ ਮੇਰੇ ਕੋਲੋਂ ਟੁੱਟਾ ਹੈ, ਇਹੋ ਜਿਹਾ ਗਲਾਸ ਤਾਂ ਬਾਜ਼ਾਰਾਂ ਵਿੱਚ ਲੱਖਾਂ ਵਿਕਦੇ ਹਨ। ਕਿਰ ਜਾਂਦੇ ਨੈਣਾ ਦੇ ਮੋਤੀ ਮਾਂਝੇ ਝਿੜਕਦਾ ਨਾ ਮਾਰੀ, ਮੇਰੇ ਨੈਣਾ ਵਿੱਚੋਂ ਛਮ-ਛਮ ਨੀਰ ਫੁੱਟਿਆ। ਤੇ ਪਰੰਤੂ ਦਿਲ ਬਲਕ ਬੁਖਾਰੇ ਤੱਕ ਕੋਸ਼ਿਸ਼ ਕਰਨ ਤੇ ਲੱਖਾਂ ਹਜ਼ਾਰਾਂ ਖਰਚ ਕੇ ਵੀ ਨਹੀਂ ਮਿਲਦਾ। ਠੀਕ ਹੈ, ਕਹਿੰਦੇ ਜੇ ਗਲਾਸ ਟੁੱਟ ਜਾਣ ਤਾਂ ਉਹ ਹਜ਼ਾਰਾਂ ਵਿਕਦੇ ਹਨ, ਪਰ ਜੇ ਦਿਲ ਟੁੱਟ ਜਾਵੇ ਨਾ ਤਾਂ ਉਹ ਜਿਹੜੇ ਹੈ ਕਹਿੰਦੇ ਲੱਖਾਂ ਹਜ਼ਾਰਾਂ ਖਰਚ ਕਰਕੇ ਵੀ ਵਾਪਿਸ ਨਹੀਂ ਮਿਲਦਾ। ਹੇ ਮਾਂ, ਮੈਨੂੰ ਤੂੰ ਝਿੜਕ ਮਾਰ ਕੇ ਮੇਰਾ ਦਿਲ ਨਾ ਤੋੜੀ, ਕਿਉਂਕਿ ਇਸ ਤਰ੍ਹਾਂ ਅੱਖਾਂ ਵਿੱਚੋਂ ਹੰਝੂਆਂ ਦੇ ਕੀਮਤੀ ਮੋਤੀ ਗਿਰਨ ਲੱਗ ਪੈਂਦੇ ਹਨ। ਸ਼ੀਸ਼ਾ ਟੁੱਟੇ ਤਾਂ ਰਾਹਾਂ ਵਿੱਚ ਕੱਚ ਦੇ ਟੁਕੜੇ ਚਮਕਣ। ਮੁਟਿਆਰ ਧੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਜੇਕਰ ਸ਼ੀਸ਼ਾ ਟੁੱਟੇ ਤਾਂ ਰਾਹਾਂ ਵਿੱਚ ਖਿਲਰੇ ਕੱਚ ਦੇ ਟੁਕੜੇ ਚਮਕਦੇ ਦਿਸਦੇ ਹਨ। ਦਿਲ ਟੁੱਟੇ ਤਾਂ ਚੋਰੀ ਚੋਰੀ ਅੱਖੀਓਂ ਅਥਰੂ ਬਰਸਣ। ਪਰ ਕਹਿੰਦੀ ਜੇਕਰ ਦਿਲ ਟੁੱਟਦਾ ਹੈ ਨਾ ਤਾਂ ਫਿਰ ਅੱਖਾਂ ਵਿੱਚੋਂ ਚੋਰੀ ਚੋਰੀ ਜਿਹੜੇ ਅਥਰੂ ਹੈ ਉਹ ਨਿਕਲਦੇ ਹਨ। ਰੜਕਣ ਨਾਲ ਲੋਕਾਂ ਦੇ ਪੈਰੇ ਆਪਣੇ ਸੀਨੇ ਕਸਕਣ। ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅਮੜੀ ਨੇ ਦਿੱਤੀਆਂ ਲੱਖਾਂ ਝਿੜਕਾਂ। ਇਹ ਟੁੱਟੇ ਹੋਏ ਸ਼ੀਸ਼ੇ ਦੇ ਟੁਕੜਿਆਂ ਵਾਂਗ ਲੋਕਾਂ ਦੇ ਪੈਰਾਂ ਵਿੱਚ ਨਹੀਂ ਰੜਕਦੀ। ਕੀ ਚੀਜ਼? ਟੁੱਟਾ ਹੋਇਆ ਦਿਲ। ਜੇ ਤਾਂ ਸ਼ੀਸ਼ਾ ਟੁੱਟ ਜਾਂਦਾ ਹੈ, ਠੀਕ ਹੈ, ਤਾਂ ਕੱਚ ਦੇ ਟੁਕੜੇ ਹੁੰਦੇ ਆ ਜੋ ਕਿ ਚਮਕਦੇ ਆ, ਪਰ ਜੇ ਦਿਲ ਟੁੱਟ ਜਾਵੇ ਤਾਂ ਨਾ ਤਾਂ ਦਿਲ ਟੁੱਟਣ ਦੀ ਆਵਾਜ਼ ਆਉਂਦੀ ਹੈ ਤੇ ਇਹਦੇ ਵਿੱਚੋਂ ਬਸ ਸਿਰਫ ਜਿਹੜਾ ਹੈ ਅੱਖਾਂ ਦੇ ਵਿੱਚੋਂ ਅਥਰੂ ਹੈ ਉਹੀ ਨਿਕਲਦੇ ਹਨ। ਜੇਕਰ ਕੱਚ ਟੁੱਟਦਾ ਹੈ ਤਾਂ ਉਹ ਲੋਕਾਂ ਦੇ ਪੈਰਾਂ ਦੇ ਵਿੱਚ ਰੜਕਦਾ ਹੈ। ਠੀਕ ਹੈ, ਲੇਕਿਨ ਜਦੋਂ ਦਿਲ ਟੁੱਟਦਾ ਹੈ ਤਾਂ ਸੀਨੇ ਵਿੱਚ ਰੜਕਾਂ ਜਿਹੜੀਆਂ ਪੈਂਦੀਆਂ ਹਨ। ਠੀਕ ਹੈ, ਸਸਤੀਆਂ ਇੱਥੇ ਬਹੁਤ ਜ਼ਮੀਨਾਂ, ਮਹਿੰਗੀਆਂ ਬਹੁਤ ਜ਼ਮੀਨਾਂ, ਮਹਿੰਗਾ ਰਾਣੀ ਹਾਰ ਤੇ ਸਸਤਾ ਸਦਰਾ ਭਰਿਆ ਸੀਨਾ। ਅੱਗੋਂ ਫਿਰ ਮੁਟਿਆਰ ਧੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਸਾਡੇ ਆਲੇ ਦੁਆਲੇ ਵਿੱਚ ਬੰਦੇ ਦੇ ਜ਼ਮੀਨ ਤਾਂ ਸਸਤੀ ਵਿਕਦੀ ਹੈ, ਪਰੰਤੂ ਜ਼ਮੀਨ ਬਹੁਤ ਮਹਿੰਗੀਆਂ ਵਿਕਦੀਆਂ ਹਨ। ਇੱਥੇ ਸੋਨੇ ਦਾ ਰਾਣੀ ਹਾਰ ਤਾਂ ਮਹਿੰਗਾ ਹੈ, ਪਰੰਤੂ ਚਾਵਾਂ ਭਰਿਆ ਸੀਨਾ ਜਿਹੜਾ ਹੈ ਉਹ ਸਸਤਾ ਹੈ। ਦਿਲ ਦਾ ਨਿੱਘ ਨਾ ਮੰਗੇ ਕੋਈ, ਸਭ ਮੰਗਦੇ ਪਸ਼ਮੀਨਾ। ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅਮੜੀ ਨੇ ਦਿੱਤੀਆਂ ਲੱਖ ਝਿੜਕਾਂ। ਠੀਕ ਹੈ, ਇੱਥੇ ਕੋਈ ਦਿਲ ਦਾ ਨਿੱਘ ਨਹੀਂ ਮੰਗਦਾ, ਬਲਕਿ ਬਾਹਰੀ ਨਿੱਘ ਦੇਣ ਵਾਲਾ ਪਸ਼ਮੀਨਾ ਮੰਗਦਾ ਹੈ। ਇਸ ਕਰਕੇ ਇੱਥੇ ਮਨੁੱਖੀ ਕਦਰਾਂ ਦੀ ਕੋਈ ਕੀਮਤ ਨਹੀਂ ਹੈ। ਮਾਏ ਨੀ ਸੁਣ ਮੇਰੀ ਮਾਏ, ਕਰਮ ਇੰਨਾ ਹੀ ਕਰਦੇ, ਨਾ ਦੇ ਨੀ ਸੋਨੇ ਦਾ ਟਿੱਕਾ, ਸਿਰ ਉੱਤੇ ਹੱਥ ਧਰ ਦੇ। ਮਾਏ ਨੀ ਕੁਝ ਹੋਰ ਨਾ ਮੰਗਾ, ਰਾਂਝਾ ਮੈਨੂੰ ਵਰਦੇ। ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅਮੜੀ ਨੇ ਦਿੱਤੀਆਂ ਲੱਖ ਝਿੜਕਾਂ। ਮੁਟਿਆਰ ਧੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਹੇ ਮਾਂ, ਮੇਰੀ ਗੱਲ ਸੁਣ, ਤੂੰ ਸਿਰਫ ਮੇਰੇ ਉੱਤੇ ਛੋਟੀ ਜਿਹੀ ਮਿਹਰਬਾਨੀ ਕਰ ਦੇ। ਤੂੰ ਮੈਨੂੰ ਸੋਨੇ ਦਾ ਟਿੱਕਾ ਬੇਸ਼ੱਕ ਨਾ ਦੇ, ਪਰ ਮੇਰੇ ਸਿਰ ਉੱਤੇ ਆਪਣੀ ਮਿਹਰ ਦਾ ਹੱਥ ਰੱਖ ਦੇ। ਹੇ ਮਾਂ, ਮੈਂ ਤੈਥੋਂ ਹੋਰ ਕੁਝ ਨਹੀਂ ਮੰਗਦੀ, ਤੂੰ ਸਿਰਫ ਮੇਰੇ ਪ੍ਰੇਮੀ ਨਾਲ ਮੇਰਾ ਵਿਆਹ ਕਰ ਦੇ। ਤਾਂ ਇਹ ਬਹੁਤ ਹੀ ਭਾਵ ਭਰੀ ਕਵਿਤਾ ਸੀ, ਜਿਸ ਦਾ ਕੇਂਦਰੀ ਭਾਵ ਹੈ ਕਿ ਧੀ ਨੂੰ ਇਹ ਜਾਣ ਕੇ ਦੁੱਖ ਹੁੰਦਾ ਹੈ ਕਿ ਸਾਡੇ ਸਮਾਜ ਵਿੱਚ ਇੱਕ ਮੁਟਿਆਰ ਨੂੰ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾਂਦੀ।
ਜਿਸ ਕਰਕੇ ਉਸ ਦਾ ਦਿਲ ਟੋਟੇ ਟੋਟੇ ਹੋ ਜਾਂਦਾ ਹੈ। ਉਹ ਆਪਣੇ ਮਾਪਿਆਂ ਤੋਂ ਸਿਰਫ ਇੱਕੋ ਮੰਗ ਮੰਗਦੀ ਹੈ ਕਿ ਉਹ ਉਸ ਨੂੰ ਉਸ ਦੇ ਪ੍ਰੇਮੀ ਨਾਲ ਵਿਆਹ ਦੇ। ਤੇ ਆਓ ਬੱਚਿਓ ਆਪਾਂ ਇਸ ਦੀ ਦੁਹਰਾਈ ਲਈ ਕਰ ਲੈਂਦੇ ਹਾਂ। ਇਸ ਕਵਿਤਾ ਦੇ ਵਿੱਚ ਆਏ ਹੋਏ ਕੁਝ ਪ੍ਰਸ਼ਨ। ਸੁਰਜੀਤ ਪਾਤਰ ਦੀ ਕਿਸੇ ਕਵਿਤਾ ਦਾ ਨਾਂ ਦੱਸੋ। ਤਾਂ ਕੱਚ ਦਾ ਗਲਾਸ। ਕੱਚ ਦਾ ਗਲਾਸ ਕਵਿਤਾ ਵਿੱਚ ਕਵੀ ਨੇ ਕਿਸ ਮੁਟਿਆਰ ਕੁੜੀ ਦੀ ਜਿਹੜੀ ਹੈ ਇੱਛਾ ਨੂੰ ਪੇਸ਼ ਕੀਤਾ ਹੈ। ਮਰਜ਼ੀ ਦੇ ਵਰ ਦੀ ਇੱਛਾ ਨੂੰ ਜਿਹੜਾ ਹੈ ਪੇਸ਼ ਕੀਤਾ ਹੈ। ਕੁੜੀ ਨੂੰ ਕੀ ਟੁੱਟਣ 'ਤੇ ਮਾਂ ਤੋਂ ਝਿੜਕਾਂ ਪਈਆਂ ਸਨ, ਜਾਂ ਮੁਟਿਆਰ ਧੀ ਦੇ ਹੱਥੋਂ ਕੀ ਟੁੱਟ ਗਿਆ ਸੀ। ਮੁਟਿਆਰ ਧੀ ਦੇ ਹੱਥੋਂ ਕੱਚ ਦਾ ਗਲਾਸ ਟੁੱਟ ਗਿਆ ਸੀ। ਮੁਟਿਆਰ ਕੁੜੀ ਅਨੁਸਾਰ ਕੱਚ ਦਾ ਗਲਾਸ ਟੁੱਟਣ 'ਤੇ ਦੁਖੀ ਹੋਣ ਵਾਲੇ ਲੋਕ ਦਿਲ ਤੋੜ ਕੇ ਕੀ ਕਰਦੇ ਹਨ। ਮੁਟਿਆਰ ਕੁੜੀ ਦੇ ਅਨੁਸਾਰ ਇਹ ਲੋਕ ਜਿਹੜੇ ਹੈ ਉਹ ਖੁਸ਼ ਹੁੰਦੇ ਹਨ। ਦਿਲ ਟੁੱਟਣ 'ਤੇ ਉਸਦੇ ਟੁਕੜੇ ਕਿੱਥੇ ਰੜਕਦੇ ਹਨ, ਆਪਣੇ ਹੀ ਸੀਨੇ ਦੇ ਵਿੱਚ ਰੜਕਦੇ ਹਨ। ਮੁਟਿਆਰ ਕੁੜੀ ਅਨੁਸਾਰ ਇੱਥੇ ਜ਼ਮੀਨਾਂ ਤਾਂ ਮਹਿੰਗੀਆਂ ਹਨ ਪਰ ਸਸਤਾ ਕੀ ਹੈ। ਮੁਟਿਆਰ ਕੁੜੀ ਅਨੁਸਾਰ ਜ਼ਮੀਨਾਂ ਤਾਂ ਸਸਤੀਆਂ ਹਨ ਪਰ ਜ਼ਮੀਰ ਜਿਹੜਾ ਹੈ, ਜ਼ਮੀਨਾਂ ਤਾਂ ਮਹਿੰਗੀਆਂ ਹਨ ਪਰ ਜਿਹੜਾ ਜ਼ਮੀਰ ਹੈ ਉਹ ਬਹੁਤ ਹੀ ਸਸਤਾ ਹੈ। ਮੁਟਿਆਰ ਕੁੜੀ ਅਨੁਸਾਰ ਲੋਕ ਦਿਲ ਦੇ ਨਿੱਘ ਦੀ ਥਾਂ ਕੀ ਮੰਗਦੇ ਹਨ। ਮੁਟਿਆਰ ਕੁੜੀ ਅਨੁਸਾਰ ਲੋਕ ਦਿਲ ਦੇ ਨਿੱਘ ਦੀ ਥਾਂ ਕੀਮਤੀ ਚੀਜ਼ਾਂ ਦੇ ਰੂਪ ਵਿੱਚ ਦਾਜ ਮੰਗਦੇ ਹਨ। ਮੁਟਿਆਰ ਕੁੜੀ ਆਪਣੀ ਮਾਂ ਤੋਂ ਕੀ ਮੰਗਦੀ ਹੈ। ਮੁਟਿਆਰ ਕੁੜੀ ਆਪਣੀ ਮਾਂ ਤੋਂ ਆਪਣੇ ਮਨਪਸੰਦ ਰਾਂਝਾ ਰੂਪੀ ਵਰ ਮੰਗਦੀ ਹੈ। ਤਾਂ ਇਹ ਸੀ ਬੱਚਿਓ ਸੁਰਜੀਤ ਪਾਤਰ ਜੀ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਆਇਆ ਨੰਦ ਕਿਸ਼ੋਰ ਅਤੇ ਕੱਚ ਦਾ ਗਲਾਸ। ਉਮੀਦ ਕਰਦੀ ਹਾਂ ਕਿ ਤੁਸੀਂ ਇਹ ਵੀਡੀਓ ਐਂਡ ਤੱਕ ਦੇਖਿਆ ਹੋਵੇਗਾ ਅਤੇ ਤੁਹਾਨੂੰ ਕਵਿਤਾਵਾਂ ਸਮਝ ਆ ਗਈਆਂ ਹੋਣਗੀਆਂ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਏ ਟੌਪਿਕ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ, ਰੱਬ ਰਾਖਾ।